ਸੰਗਰੂਰ ਜਿਮਨੀ ਚੋਣ 77 ਸਾਲ ਦਾ ਸਿਮਰਨਜੀਤ ਸਿੰਘ ਮਾਨ ਨਲਾਇਕ ਉਮੀਦਵਾਰ ਕਿਵੇਂ ਜਿੱਤਿਆ। ਨਲਾਇਕ ਉਹਨਾਂ ਨੂੰ ਅਸੀਂ ਨਹੀਂ ਕਹਿ ਰਹੇ, ਅਸੀਂ ਜਦੋਂ ਚੋਣ ਪ੍ਰਚਾਰ ਦੇ ਦੌਰਾਨ ਖੁਦ ਉਹਨਾਂ ਨਾਲ ਇੰਟਰਵਿਊ ਕੀਤਾ ਤਾਂ ਉਹਨਾਂ ਨੇ ਆਪਣੀ ਜ਼ੁਬਾਨੀ ਆਪਣੇ ਆਪ ਨੂੰ ਨਲਾਇਕ ਕਿਉਂ ਦੱਸਿਆ ਸੀ। ਪਹਿਲਾਂ ਤੁਹਾਨੂੰ ਉਹ ਦਿਖਾਉਂਦੇ ਆ, ਉਸ ਤੋਂ ਬਾਅਦ ਦੱਸਾਂਗੇ ਕਿ ਸਿਮਰਨਜੀਤ ਸਿੰਘ ਮਾਨ ਦਾ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਹੈ, ਸਿਆਸਤ ਵਿੱਚ ਐਂਟਰੀ ਕਿਵੇਂ ਹੁੰਦੀ ਹੈ ਤੇ ਉਸ ਤੋਂ ਬਾਅਦ ਤੀਜੀ ਵਾਰ MP ਬਣਦੇ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ। ਹੁਣ ਤੱਕ ਲੋਕ ਤੁਹਾਡੀ ਜਿੱਤ ਝੋਲੀ ਵਿੱਚ ਕਿਉਂ ਨਹੀਂ ਪਾ ਰਹੇ? ਤੁਹਾਨੂੰ ਕੀ ਲੱਗਦਾ ਕਮੀ ਕਿੱਥੇ ਰਹਿ ਜਾਂਦੀ? ਇਹ ਤਾਂ ਟਿਪਕਲ ਤੁਹਾਡਾ ਕੁਐਸਚਨ ਹੈਗਾ। ਇਹਦਾ ਸਵਾਲ ਦਾ ਜਵਾਬ ਇੱਕ ਹੀ ਹੈ ਕਿ ਮੈਂ ਨਲਾਇਕ ਆਦਮੀ ਹਾਂ। ਹੁਣ ਤੁਸੀਂ ਖੁਸ਼ ਹੋ ਗਏ। ਤਾਂ ਤੁਸੀਂ ਸੁਣਿਆ ਉਹਨਾਂ ਦੀ ਜ਼ੁਬਾਨੀ ਕਿ ਉਹ ਆਪਣੇ ਆਪ ਨੂੰ ਨਲਾਇਕ ਕਿਉਂ ਦੱਸਦੇ ਸੀ, ਕਿਉਂਕਿ ਜਦੋਂ ਵੀ ਕੋਈ ਉਹਨਾਂ ਨੂੰ ਪੁੱਛਦਾ ਸੀ ਕਿ ਤੁਸੀਂ ਲੰਮੇ ਸਮੇਂ ਤੋਂ ਚੋਣਾਂ ਲੜ ਰਹੇ ਹੋ ਪਰ ਜਿੱਤ ਤੁਹਾਡੇ ਹਾਸਲ ਕਿਉਂ ਨਹੀਂ ਹੁੰਦੀ, ਤਾਂ ਮਜ਼ਾਕੀਆ ਲਹਿਜੇ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਨਲਾਇਕ ਦੱਸਿਆ ਸੀ। ਪਰ ਹੁਣ ਉਹ ਨਲਾਇਕੀ ਪਿੱਛੇ ਹੋ ਗਈ ਹੈ। ਹੁਣ ਉਹ ਹੁਸ਼ਿਆਰ ਇਸ ਕਰਕੇ ਵੀ ਮੰਨੇ ਜਾ ਰਹੇ ਨੇ ਕਿਉਂਕਿ ਸੱਤਾ ਧਿਰ ਜਿਸ ਕੋਲ ਇੱਕ ਮਜ਼ਬੂਤ ਬਹੁਮਤ ਹੋਵੇ ਵਿਧਾਨ ਸਭਾ ਦੇ ਅੰਦਰ ਔਰ ਉਹਨਾਂ ਸਾਰਿਆਂ ਨੂੰ ਪਛਾੜ ਕੇ ਆਪਣੀ ਜਿੱਤ ਹਾਸਲ ਕੀਤੀ ਹੋਵੇ, ਉਹ ਉਮੀਦਵਾਰ ਨੇ ਸਿਮਰਨਜੀਤ ਸਿੰਘ ਮਾਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਨੂੰ ਤੀਜੀ ਵਾਰ MP ਬਣਨ ਦਾ ਜੋ ਮਾਣ ਹਾਸਲ ਹੋਇਆ, ਇਸ ਦੇ ਪਿੱਛੇ ਦਾ ਪਿਛੋਕੜ ਕੀ ਹੈ, ਇਹ ਸਾਰੀ ਗੱਲ ਦੱਸਾਂਗੇ ਇਸ ਖਾਸ ਰਿਪੋਰਟ ਦੇ ਅੰਦਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸਿਮਰਨਜੀਤ ਸਿੰਘ ਮਾਨ ਦੇ ਬਚਪਨ ਦੀ। ਤਾਂ ਜੇ ਗੱਲ ਕਰੀਏ 20 ਮਈ 1945 ਨੂੰ ਸ਼ਿਮਲਾ ਦੇ ਵਿੱਚ ਜਦੋਂ ਬ੍ਰਿਟਿਸ਼ ਰਾਜ ਸੀ, ਉਸ ਵਕਤ ਉਹਨਾਂ ਦਾ ਜਨਮ ਹੁੰਦਾ ਹੈ ਲੈਫਟੀਨੈਂਟ ਕਰਨਲ ਜੋਗਿੰਦਰ ਸਿੰਘ ਦੇ ਘਰ। ਮਾਤਾ ਗੁਰਬਚਨ ਕੌਰ ਦੀ ਕੁੱਖੋਂ ਜਨਮੇ ਸਿਮਰਨਜੀਤ ਸਿੰਘ ਮਾਨ ਕਿਵੇਂ ਸਿਆਸਤ ਵਿੱਚ ਆਏ, ਪਰ ਉਸ ਤੋਂ ਪਹਿਲਾਂ IPS ਅਫਸਰ ਕਦੋਂ ਬਣੇ, ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਤੇ ਉਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਹੈ। ਸਿਮਰਨਜੀਤ ਸਿੰਘ ਮਾਨ ਦੀ ਪਤਨੀ ਦਾ ਨਾਮ ਗੀਤਇੰਦਰ ਕੌਰ ਹੈ। ਗੀਤਇੰਦਰ ਕੌਰ ਦੀ ਭੈਣ ਪ੍ਰਨੀਤ ਕੌਰ, ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਔਰ ਲੋਕ ਸਭਾ ਮੈਂਬਰ ਵੀ ਨੇ। ਕੈਪਟਨ ਅਮਰਿੰਦਰ ਸਿੰਘ ਦੇ ਸਾਡੂ ਸਿਮਰਨਜੀਤ ਸਿੰਘ ਮਾਨ ਔਰ ਸਿਮਰਨਜੀਤ ਸਿੰਘ ਦੇ ਮਾਨ ਦੇ ਸਹੁਰਾ ਸਾਹਿਬ ਦਾ ਨਾਮ ਗਿਆਨ ਸਿੰਘ, ਜਿਹੜੇ ਕਿ ਚੀਫ ਸੈਕਟਰੀ ਪੰਜਾਬ ਅਹੁਦੇ ਤੋਂ ਰਿਟਾਇਰ ਹੋਏ। ਤਾਂ ਇਹ ਕਹਾਣੀ ਉੱਚ ਅਹੁਦਿਆਂ ਵਾਲੀ ਪਰਿਵਾਰਕ ਪਿਛੋਕੜ ਦੇ ਵਿੱਚ ਔਰ ਸਿਆਸਤ ਦੀ ਗੁੜਤੀ ਵੀ ਉਹਨਾਂ ਨੂੰ ਆਪਣੇ ਪਿਤਾ ਤੋਂ ਮਿਲੀ, ਕਿਉਂਕਿ 1967 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਨੇ। 1967 ਵੇਲੇ ਦੀ ਜੋ ਵਿਧਾਨ ਸਭਾ ਸੀ ਤਾਂ ਉਦੋਂ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੋਗਿੰਦਰ ਸਿੰਘ ਵਿਧਾਨ ਸਭਾ ਪੰਜਾਬ ਦੇ ਸਪੀਕਰ ਸਨ। ਤੇ ਹੁਣ ਗੱਲ ਕਰਦੇ ਹਾਂ ਕਿ ਮਾਨ ਦੇ ਖੁਦ ਦੇ ਸਫ਼ਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ। ਤਾਂ ਸਿਮਰਨਜੀਤ ਸਿੰਘ ਮਾਨ 1966 ਦੇ ਵਿੱਚ IPS ਦੀ ਪ੍ਰੀਖਿਆ ਪਾਸ ਕਰਦੇ ਨੇ ਤੇ 1967 ਦੇ ਵਿੱਚ IPS ਪੁਲਿਸ ਫੋਰਸ ਵਿੱਚ ਭਰਤੀ ਹੋ ਜਾਂਦੇ ਨੇ ਪੰਜਾਬ ਕੇਡਰ ਦੇ ਤਹਿਤ। ਉਹ ਪੰਜਾਬ ਦੇ ਫਿਰੋਜ਼ਪੁਰ, ਫਰੀਦਕੋਟ ਸਮੇਤ ਹੋਰਨਾਂ ਜ਼ਿਲ੍ਹਿਆਂ ਦੇ ਵੀ SSP ਰਹੇ। SSP ਡਿਪਟੀ ਡਾਇਰੈਕਟਰ ਵਿਜੀਲੈਂਸ ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਨੇ ਆਪਣੀ ਡਿਊਟੀ ਹੈ ਜਿਹੜੀ ਉਹ ਨਿਭਾਈ। ਤਾਂ ਇਸ ਤੋਂ ਬਾਅਦ ਉਹ ਕਮਾਂਡੈਂਟ ਆਫ ਪੰਜਾਬ ਆਰਮਡ ਪੁਲਿਸ ਤੇ ਗਰੁੱਪ ਕਮਾਂਡਰ CISF ਬੰਬੇ ਦੇ ਵਿੱਚ ਵੀ ਉਹਨਾਂ ਨੇ ਨੌਕਰੀ ਕੀਤੀ। ਤਾਂ ਇੱਥੇ ਇਹ ਵੀ ਦੱਸਣਾ ਬਣਦਾ ਕਿ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਤਾਂ ਉਸ ਤੋਂ ਵੇਲੇ ਵੀ ਉਹ ਬੰਬੇ ਦੇ ਵਿੱਚ CISF ਦੇ ਕਮਾਂਡੈਂਟ ਵਜੋਂ ਨੌਕਰੀ ਕਰ ਰਹੇ ਸੀ, ਸੇਵਾਵਾਂ ਨਿਭਾ ਰਹੇ ਸੀ। ਸਿਮਰਨਜੀਤ ਸਿੰਘ ਮਾਨ ਨੇ ਆਪਣੀਆਂ ਪ੍ਰਸ਼ਾਸਨਿਕ ਸੇਵਾਵਾਂ ਦਿੰਦਿਆਂ ਹੋਇਆਂ ਜੋ ਉਹ ਇੱਕ ਦੌਰ ਆਇਆ ਜਦੋਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਤਾਂ ਉਹ ਸੀ ਆਪਰੇਸ਼ਨ ਬਲੂ ਸਟਾਰ। ਆਪਰੇਸ਼ਨ ਬਲੂ ਸਟਾਰ ਇੱਕ ਅਜਿਹਾ ਕਾਰਨ ਬਣਦਾ ਜਦੋਂ ਸਿਮਰਨਜੀਤ ਸਿੰਘ ਮਾਨ ਆਪਣੀਆਂ ਸੇਵਾਵਾਂ ਛੱਡ ਕੇ ਪੰਜਾਬ ਪਰਤਦੇ ਨੇ ਔਰ ਰੋਸ ਦੇ ਵਜੋਂ ਜਦੋਂ ਗੋਲਡਨ ਟੈਂਪਲ ਦੇ ਉੱਤੇ ਹਮਲਾ ਹੁੰਦਾ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ, ਤੇ ਉਸ ਰੋਸ ਦੇ ਵਜੋਂ ਆਪਣਾ ਪ੍ਰੋਟੈਸਟ ਦਰਜ ਕਰਵਾਉਣ ਦੇ ਲਈ ਅਸਤੀਫਾ ਦੇ ਕੇ ਉਹ ਵਾਪਸ ਪਰਤ ਆਉਂਦੇ ਨੇ। 18 ਜੂਨ 1984 ਦੇ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਉਹ ਦੌਰ ਸੀ ਜਦੋਂ 1984 ਤੋਂ ਲੈ ਕੇ 1999 ਦੇ ਵਿੱਚ 5 ਸਾਲ ਦੇ ਲਈ ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ਵੀ ਕੱਟੀ। ਵੱਖ-ਵੱਖ ਮੁਕੱਦਮਿਆਂ ਦੇ ਤਹਿਤ ਉਹਨਾਂ ਨੂੰ ਜੇਲ੍ਹ ਜਾਣਾ ਪਿਆ, ਪਰ ਅਖੀਰ ਦੇ ਵਿੱਚ ਇੱਕ ਵੀ ਐਸਾ ਮੁਕੱਦਮਾ ਨਹੀਂ ਸੀ ਜਿਸ ਦੇ ਵਿੱਚ ਉਹ ਦੋਸ਼ੀ ਪਾਏ ਗਏ। ਤਾਂ ਉਸ ਤੋਂ ਬਾਅਦ ਸਫ਼ਰ ਚਲਦਿਆਂ ਉਹਨਾਂ ਨੇ ਆਪਣਾ ਮਨ ਬਣਾਇਆ ਤੇ ਸਿਆਸਤ ਦੇ ਵਿੱਚ ਐਂਟਰੀ ਕੀਤੀ। ਸਭ ਤੋਂ ਪਹਿਲਾਂ ਜੇਲ੍ਹ ਵਿੱਚ ਹੁੰਦਿਆਂ ਹੀ 1999 ਦੇ ਵਿੱਚ ਉਹ ਲੋਕ ਸਭਾ ਦਾ ਇਲੈਕਸ਼ਨ ਲੜਦੇ ਨੇ, ਚੋਣ ਲੜਦੇ ਨੇ। ਤਾਂ ਉਸ ਵਕਤ ਉਹਨਾਂ ਦੇ ਹਿੱਸੇ, ਉਹਨਾਂ ਦੇ ਖੇਮੇ ਦੇ ਵਿੱਚ ਲੋਕ ਸਭਾ ਦੀਆਂ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ 11 ਸੀਟਾਂ ਹਿੱਸੇ ਆਈਆਂ।
ਪਰ ਮੰਦਭਾਗੀ ਗੱਲ ਇਹ ਹੋਈ ਕਿ 1999 ਦੇ ਵਿੱਚ ਤਰਨਤਾਰਨ ਲੋਕ ਸਭਾ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਜਿੱਤਣ ਦੇ ਬਾਵਜੂਦ ਵੀ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜ੍ਹ ਸਕੇ। ਉਸ ਦਾ ਕਾਰਨ ਸੀ ਕਿ ਉਹਨਾਂ ਨੂੰ ਕਿਰਪਾਨ ਲਿਜਾਣ ਤੋਂ ਰੋਕਿਆ ਜਾਣਾ। ਸਿਮਰਨਜੀਤ ਸਿੰਘ ਮਾਨ ਨੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਔਰ ਦਲੀਲਾਂ ਰੱਖੀਆਂ ਕਿ ਕਿਰਪਾਨ ਸਾਡੇ ਧਰਮ ਦੀ ਪਛਾਣ ਹੈ, ਤਾਂ ਉਹ ਇਹ ਕਿਰਪਾਨ ਨੂੰ ਨਹੀਂ ਲਾਉਣਗੇ। ਤਾਂ ਇਸ ਦੇ ਚਲਦਿਆਂ ਹੀ ਉਹ ਮੈਂਬਰ ਪਾਰਲੀਮੈਂਟ ਚੁਣੇ ਵੀ ਜਾਂਦੇ ਨੇ, ਪਰ ਫਿਰ ਵੀ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਕੋਈ ਵੀ ਤਕਰੀਰ ਨਹੀਂ ਕਰਦੇ ਤੇ ਉਸ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੰਦੇ ਨੇ। ਤਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਿੰਡਣ ਦਾ ਦੌਰ ਸ਼ੁਰੂ ਹੋਇਆ ਤਾਂ ਕੁਝ ਵਖਰੇਵੇਂ ਆਏ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਗਠਨ ਕੀਤਾ ਗਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਉਹ ਸਾਂਝੇ ਪ੍ਰਧਾਨ ਵੀ ਰਹੇ। ਇਸ ਤੋਂ ਬਾਅਦ 1994 ਦਾ ਸਮਾਂ ਆਉਂਦਾ ਜਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦਾ ਗਠਨ ਹੋਇਆ, ਜਿਸ ਦੇ ਉਹ ਪ੍ਰਧਾਨ ਬਣੇ। ਤਾਂ ਉਸ ਤੋਂ ਬਾਅਦ 1999 ਦੇ ਵਿੱਚ ਫਿਰ ਲੋਕ ਸਭਾ ਦੀ ਚੋਣ ਲੜੀ ਜਾਂਦੀ ਹੈ ਤਾਂ ਜਦੋਂ ਸੰਗਰੂਰ ਇਸੇ ਹਲਕੇ ਤੋਂ ਹੀ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਦੇ ਮੈਂਬਰ ਚੁਣੇ ਜਾਂਦੇ ਨੇ। ਤਾਂ ਉਹਨਾਂ 5 ਸਾਲਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਬਤੌਰ ਮੈਂਬਰ ਪਾਰਲੀਮੈਂਟ ਕੰਮ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਕੀਤੀ। ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ 5 ਤੋਂ 6 ਵਾਰ ਚੋਣਾਂ ਤਾਂ ਲੜੀਆਂ ਪਰ ਉਹਨਾਂ ਦੇ ਜਿੱਤ ਹਿੱਸੇ ਨਹੀਂ ਆਈ। ਖਾਸ ਕਰਕੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਮਰਗੜ੍ਹ ਹਲਕੇ ਤੋਂ ਉਹਨਾਂ ਨੇ ਚੋਣ ਲੜੀ, ਪਰ ਕੁਝ ਫਰਕ ਦੇ ਨਾਲ ਉਹ ਚੋਣ ਨਹੀਂ ਜਿੱਤ ਸਕੇ ਔਰ ਹਾਰ ਗਏ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਦੋਂ ਸਿਮਰਨਜੀਤ ਸਿੰਘ ਮਾਨ ਅਮਰਗੜ੍ਹ ਦੀ ਚੋਣ ਲੜ ਰਹੇ ਸਨ ਤਾਂ ਕਾਫੀ ਚਰਚਿਤ ਚਿਹਰੇ, ਖਾਸ ਕਰਕੇ ਦੀਪ ਸਿੱਧੂ, ਜਿਨ੍ਹਾਂ ਦਾ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ, ਉਹਨਾਂ ਨੇ ਵੀ ਚੋਣ ਪ੍ਰਚਾਰ ਦਾ ਹਿੱਸਾ ਬਣਿਆ। ਹੋਰ तमाम ਚਿਹਰੇ ਇਸ ਚੋਣ ਪ੍ਰਚਾਰ ਦਾ ਹਿੱਸਾ ਬਣੇ ਪਰ ਜਿੱਤ ਫਿਰ ਵੀ ਨਹੀਂ ਸਕੇ। ਤਾਂ ਉਸ ਤੋਂ ਬਾਅਦ ਲਗਾਤਾਰ ਸਰਗਰਮੀਆਂ ਤੇਜ਼ ਹੁੰਦੀਆਂ ਗਈਆਂ ਸਿਆਸਤ ਦੇ ਵਿੱਚ। 2022 ਦੀ ਸੰਗਰੂਰ ਦੀ ਲੋਕ ਸਭਾ ਜਿਮਣੀ ਚੋਣ ਆਉਂਦੀ ਹੈ, ਜਿਹੜੀ ਸੀਟ ਖਾਲੀ ਹੋਈ ਸੀ ਸੀਐਮ ਭਗਵੰਤ ਮਾਨ ਦੇ ਉਸ ਕੁਰਸੀ ਨੂੰ ਉਸ ਸੀਟ ਤੋਂ ਅਸਤੀਫਾ ਦੇਣ ਤੋਂ ਬਾਅਦ। ਤਾਂ ਇਸ ਚੋਣ ਦੇ ਵਿੱਚ ਮੁੜ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ ਸਿਮਰਨਜੀਤ ਸਿੰਘ ਮਾਨ ਨੇ। 5822 ਵੋਟਾਂ ਦੇ ਫਰਕ ਦੇ ਨਾਲ ਉਸ ਪਾਰਟੀ ਜਾਂ ਉਹਨਾਂ तमाम ਪਾਰਟੀਆਂ ਨੂੰ ਟੱਕਰ ਦਿੱਤੀ ਔਰ ਜਿੱਤ ਹਾਸਲ ਕੀਤੀ। ਜਦੋਂ 92 ਵਿਧਾਇਕ ਆਮ ਆਦਮੀ ਪਾਰਟੀ ਯਾਨੀ ਕਿ ਸੱਤਾ ਧਿਰ ਦੇ ਕੋਲ ਸਨ, ਫਿਰ ਵੀ ਆਮ ਆਦਮੀ ਪਾਰਟੀ ਇਸ ਸੀਟ ਤੇ ਜਿੱਤ ਨਹੀਂ ਸਕੀ ਤੇ ਉੱਥੇ ਜਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ। ਤਾਂ ਸਿਮਰਨਜੀਤ ਸਿੰਘ ਮਾਨ ਨੇ ਇਹ ਜਿੱਤ ਹਾਸਲ ਕਰਕੇ ਇੱਕ ਵਾਰ ਮੁੜ ਤੋਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਏਜੰਡੇ ਤੋਂ ਟਸ ਤੋਂ ਮਸ ਨਹੀਂ ਹੋਣਗੇ ਔਰ ਪਾਰਲੀਮੈਂਟ ਦੇ ਇਲੈਕਸ਼ਨ ਵੀ ਲੜਨਗੇ। ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਏਜੰਡਾ, ਜੋ ਖਾਸ ਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਵੀ ਆਉਂਦਾ, ਉਹ ਹੈ ਖਾਲਿਸਤਾਨ ਏਜੰਡਾ, ਖਾਸ ਕਰਕੇ ਸੋਵਰਨਟੀ ਖਾਲਿਸਤਾਨ ਸਟੇਟ। 23 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਦੇ ਮੈਂਬਰ ਬਣ ਚੁੱਕੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਪੋਸਟਾਂ ਵੀ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਬਾਪੂ ਅੱਜ ਤੇਰਾ ਉਲਾਂਭਾ ਵੀ ਲਾ ਦਿੱਤਾ। ਤਾਂ ਹੁਣ ਇਸ ਸਵਾਲ ਦੇ ਵਿੱਚੋਂ ਹੀ ਉਮੀਦ ਵੀ ਪੈਦਾ ਹੁੰਦੀ ਹੈ ਕਿ ਆਖਰਕਾਰ ਬਤੌਰ ਪਾਰਲੀਮੈਂਟ ਮੈਂਬਰ ਹੁਣ ਸਿਮਰਨਜੀਤ ਸਿੰਘ ਮਾਨ ਦੇ ਸਾਹਮਣੇ ਚੁਣੌਤੀਆਂ ਕੀ ਨੇ, ਪੰਥਕ ਏਜੰਡੇ ਦੇ ਲਈ ਕੀ ਕੰਮ ਕੀਤਾ ਜਾਵੇਗਾ, ਕਿਉਂਕਿ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਬੇਸ਼ੱਕ ਦੀ ਸਹਿਮਤੀ ਨਹੀਂ ਬਣੀ, ਪਰ ਫਿਰ ਵੀ ਸੰਗਰੂਰ ਦੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਪਾਰਲੀਮੈਂਟ ਮੈਂਬਰ ਚੁਣਿਆ, ਆਪਣਾ ਨੁਮਾਇੰਦਾ ਚੁਣਿਆ। ਤਾਂ ਹੁਣ ਦੇਖਣਾ ਹੋਵੇਗਾ ਕਿ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਦੇ ਮੈਂਬਰ ਵਜੋਂ ਲੋਕ ਸਭਾ ਦੇ ਅੰਦਰ ਕੀ ਮੁੱਦੇ ਚੁੱਕਦੇ ਨੇ ਔਰ ਨਾਲ ਹੀ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਉਹਨਾਂ ਦੇ ਏਜੰਡੇ ਵਿੱਚ ਹੋਰ ਕੀ ਆਉਂਦਾ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕਾਂ ਦੀਆਂ ਉਮੀਦਾਂ ਤੇ ਸਿਮਰਨਜੀਤ ਸਿੰਘ ਮਾਨ ਖਰੇ ਉਤਰਦੇ ਨੇ ਜਾਂ ਫਿਰ ਸਵਾਲਾਂ ਦੇ ਘੇਰੇ ਵਿੱਚ ਖੜੇ ਹੋਣਗੇ। ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।